ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਟੀਵੀ ਪ੍ਰਾਈਮ ਏਸ਼ੀਆ ਤੇ ਮੈਂ ਹਾਂ ਤੁਹਾਡਾ ਆਪਣਾ ਜਤਿੰਦਰ ਪੰਨੂ। ਇਸ ਵੇਲੇ ਤੁਹਾਡੇ ਸਾਰਿਆਂ ਦੇ ਰੂਬਰੂ ਪੇਸ਼ ਇਸ ਕਰਕੇ ਹੋਣਾ ਪਿਆ ਕਿ ਪੰਜਾਬ ਦੀ ਤੇ ਪੰਜਾਬ ਨਾਲ ਜੁੜੀ ਹੋਈ ਪੰਜਾਬ ਤੋਂ ਬਾਹਰ ਦੀ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰ ਗਈ ਹੈ, ਜਿਹਦੇ ਬਾਰੇ ਤੁਹਾਡੇ ਨਾਲ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਹੋ ਗਈਆਂ ਨੇ। ਦੁਨੀਆ ਭਰ ਦੇ ਸਿੱਖਾਂ ਦੇ ਵਾਸਤੇ ਸਭ ਤੋਂ ਵੱਡੀ ਚੁਣੀ ਹੋਈ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਦੂਸਰੀ ਸਭ ਤੋਂ ਵੱਡੀ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਅੱਜ ਦੁਪਹਿਰੇ ਉਹਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਤੇ ਉਹਦੇ ਤੋਂ ਕੁਝ ਪਲ ਬਾਅਦ ਭਾਰਤੀ ਜਨਤਾ ਪਾਰਟੀ ਦੇ ਵੱਡੇ ਵੱਡੇ ਲੀਡਰਾਂ 2 ਜਾਂ 3 ਕੇਂਦਰੀ ਮੰਤਰੀਆਂ ਦੇ ਨਾਲ ਬੈਠ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਜਿਸ ਤਰ੍ਹਾਂ ਹੁੰਦਾ ਆਮ ਤੌਰ ਦੇ ਉੱਤੇ ਕਿ ਨਵੀਂ ਪਾਰਟੀ ਦਾ ਪੱਲਾ ਫੜਨ ਵਾਲਾ ਹਰ ਬੰਦਾ ਉਸ ਪਾਰਟੀ ਦੇ ਪੱਖ ਵਿੱਚ ਬਹੁਤ ਕੁਝ ਬੋਲਦਾ ਹੈ, ਬਹੁਤ ਕੁਝ ਭੁਗਤਦਾ ਹੈ। ਉਹ ਇਸ ਤਰ੍ਹਾਂ ਕਹਿੰਦਾ ਕਿ ਪਾਰਟੀ ਸਾਰਿਆਂ ਤੋਂ ਵਧੀਆ ਪਾਰਟੀ ਹੈ। ਉਹ ਸਾਰਾ ਕੁਝ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ। ਉਹਦੇ ਗਲ ਵਿੱਚ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਉਹ ਪਟਕੇ ਪਾ ਦਿੱਤੇ ਨੇ ਜਿਨ੍ਹਾਂ ਦੇ ਉੱਤੇ ਕਮਲ ਦਾ ਫੁੱਲ ਛਪਿਆ ਹੋਇਆ। ਉਹਨਾਂ ਨੇ ਸਿਰਸਾ ਸਾਹਿਬ ਦੀਆਂ ਬਹੁਤ ਸਿਫਤਾਂ ਕੀਤੀਆਂ ਤੇ ਸਿਰਸਾ ਸਾਹਿਬ ਦੇ ਉਹਨਾਂ ਦੀਆਂ। ਨਵੇਂ ਸਿਆਸੀ ਘਰ 'ਚ ਗਏ ਨੇ, ਉਹਨਾਂ ਨੂੰ ਮੁਬਾਰਕ। ਦਿੱਲੀ ਦੇ ਰਾਜਸੀ ਲੀਡਰਾਂ ਦੇ ਵਿੱਚੋਂ ਸਭ ਤੋਂ ਵੱਡਾ ਅਮੀਰ ਸਿੱਖ ਲੀਡਰ ਮਨਜਿੰਦਰ ਸਿੰਘ ਸਿਰਸਾ ਉੱਥੇ ਚਲਾ ਗਿਆ। ਉਹਦੀ ਅਮੀਰੀ ਨੂੰ ਹੋਰ ਚਾਰ ਚੰਨ ਲੱਗਣ ਸਾਡੀਆਂ ਸ਼ੁਭੇਛਾਵਾਂ। ਪਰ ਇਹਦੇ ਪਿੱਛੇ ਦੀ ਕਹਾਣੀ ਜਿਹੜੀ ਹੈ ਉਹ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨੀ ਚਾਹੁੰਦਾ। ਅਕਾਲੀ ਦਲ ਤੁਰਿਆ ਕਿੱਥੋਂ ਸੀ? ਆਜ਼ਾਦੀ ਮਿਲਣ ਤੋਂ ਬਾਅਦ ਜਦੋਂ ਦੇਸ਼ ਦੇ ਬਾਕੀ ਸਾਰੇ ਸੂਬਿਆਂ ਦੇ ਵਿੱਚ ਸਥਾਨਕ ਬੋਲੀ ਜਿਹੜੀ ਆ ਲੋਕਾਂ ਦੀ ਮਾਤ ਭਾਸ਼ਾ ਉਹਨੂੰ ਮੰਨ ਲਿਆ ਗਿਆ, ਪੰਜਾਬ ਨੂੰ ਪੰਜਾਬੀ ਬੋਲੀ ਦਾ ਸੂਬਾ ਨਹੀਂ ਸੀ ਬਣਾਇਆ ਜਾ ਰਿਹਾ। ਇੱਥੇ ਪੰਜਾਬੀ ਸੂਬੇ ਦੀ ਮੰਗ ਉੱਠੀ। ਮੰਗ ਕਰਨ ਵਾਲਾ ਅਕਾਲੀ ਦਲ ਸੀ, ਪਰ ਅਸਲ ਵਿੱਚ ਉਹ ਪੰਜਾਬੀ ਸੂਬੇ ਦੇ ਨਾਂ 'ਤੇ ਸਿੱਖ ਸੂਬਾ ਮੰਗਦਾ ਸੀ, ਜਿਹੜਾ ਮੰਨਿਆ ਨਹੀਂ ਸੀ ਜਾ ਰਿਹਾ। ਆਮੋ ਸਾਹਮਣੇ ਮਰਨ ਵਰਤ ਰੱਖੇ ਜਾਂਦੇ ਸਨ। ਇੱਕ ਪਾਸੇ ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਮਰਨ ਵਰਤ ਰੱਖਦੇ ਸਨ। ਉਹਨਾਂ ਦੇ ਮਰਨ ਵਰਤ ਦੇ ਬਰਾਬਰ 'ਤੇ ਦਰਬਾਰ ਸਾਹਿਬ ਤੋਂ ਮਸਾਂ 300-400 ਗਜ, ਸ਼ਾਇਦ 500 ਹੋਵੇ, ਮਲਕਾ ਦੇ ਬੁੱਤ ਕੋਲ ਉਹ ਜਿਹੜਾ ਚੌਕ ਹੁੰਦਾ ਸੀ, ਇੱਥੇ ਅੱਜ ਕੱਲ੍ਹ ਧਰਮ ਸਿੰਘ ਮਾਰਕੀਟ ਬਣੀ ਆ, ਜਿੱਥੇ ਪੁਰਾਣੀ ਕੋਤਵਾਲੀ ਸੀ, ਉਸ ਚੌਕ ਦੇ ਵਿੱਚ ਜਨ ਸੰਘ, ਉਸ ਵਕਤ ਜੇ ਭਾਰਤੀ ਜਨਤਾ ਪਾਰਟੀ ਨਹੀਂ ਸੀ ਬਣੀ, ਉਹ ਜਨ ਸੰਘ ਹੁੰਦੀ ਸੀ, ਉਹਦੇ ਲੀਡਰ ਇੱਕ ਦਾ ਮਰਨ ਵਰਤ ਰਖਵਾਇਆ ਜਾਂਦਾ ਸੀ। ਨਾਅਰੇ ਕੀ ਲਾਏ ਜਾਂਦੇ ਸਨ? ਈੜੀ ਊੜੀ ਨਹੀਂ ਪੜਾਂਗੇ, ਇਹ ਪੰਜਾਬੀ ਦਾ ਮਜ਼ਾਕ ਉਡਾਇਆ ਜਾਂਦਾ ਸੀ। ਇਹ ਨਾਅਰਾ ਲਾਇਆ ਜਾਂਦਾ ਸੀ, ਕਸ਼ ਕੜਾ ਕਿਰਪਾਨ ਧੱਕ ਦਿਆਂਗੇ ਪਾਕਿਸਤਾਨ। ਉਦੋਂ ਅਕਾਲੀ ਦਲ ਨੂੰ ਜਨ ਸੰਘ ਬੁਰਾ ਲੱਗਦਾ ਸੀ। 1967 ਦੀਆਂ ਚੋਣਾਂ 'ਚ ਅਕਾਲੀ ਦਲ ਤੇ ਜਨ ਸੰਘ ਦੋਵਾਂ ਨੇ ਸਾਂਝੀ ਸਰਕਾਰ ਬਣਾਈ। ਵਿੱਚ ਕਮਿਊਨਿਸਟ ਵੀ ਸਨ, ਪਰ ਉਹ ਤਾਂ 1 ਸਾਲ ਪੂਰਾ ਨਾ ਕੱਢੇ ਤੇ ਪਾਸੇ ਹੋ ਗਏ ਸਨ। ਅਕਾਲੀ ਦਲ ਨੇ ਉਹਦੇ ਤੋਂ ਬਾਅਦ ਵੀ 1969 'ਚ ਉਹਨਾਂ ਨਾਲ ਅਗਲੀਆਂ ਚੋਣਾਂ 'ਚ ਸਾਂਝ ਪਾਈ। 1977 ਵਿੱਚ ਜਨਤਾ ਪਾਰਟੀ ਬਣ ਗਏ, ਜਨ ਸੰਘ ਉਹ 'ਚ ਸ਼ਾਮਲ ਹੋ ਗਈ। ਉਹੋ ਹੀ ਭਾਰਤੀ ਜਨ ਸੰਘ ਦੇ ਲੀਡਰ ਬਲਰਾਮ ਜੀ ਦਾਸ ਟੰਡਨ, ਡਾਕਟਰ ਬਲਦੇਵ ਪ੍ਰਕਾਸ਼, ਉਹ ਸਾਰੇ ਉਹਨਾਂ ਨਾਲ ਸ਼ਾਮਲ ਹੋ ਗਏ। ਫਿਰ ਪੰਜਾਬ ਵਿੱਚ ਇੱਕ ਦੌਰ ਇਹੋ ਜਿਹਾ ਆਇਆ ਜਿਹਦੇ ਵਿੱਚ ਇਹਨਾਂ ਨੂੰ ਦੂਰ ਦੂਰ ਹੋਣਾ ਪਿਆ। ਦੋਵੇਂ ਤਰ੍ਹਾਂ ਇੱਕ ਦੂਸਰੇ ਦੇ ਖਿਲਾਫ ਬੋਲਦੀਆਂ ਵੀ ਰਹੀਆਂ। ਦਿੱਲੀ ਵਿੱਚ ਪਰਦਾ ਰੱਖ ਕੇ ਪੰਜਾਬ ਦੇ ਲੋਕਾਂ ਤੋਂ ਆਪੋ 'ਚ ਮਿਲਦੀਆਂ ਵੀ ਰਹੀਆਂ। ਅਤੇ ਜਦੋਂ ਜਰਾ ਕੁ ਹਾਲਾਤ ਸੁਖਾਵੇਂ ਹੋਏ, 1997 ਦੇ ਵਿੱਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਫਿਰ ਗੱਠਜੋੜ ਬਣ ਗਿਆ। ਜਦੋਂ ਉਹ ਗੱਠਜੋੜ ਬਣਿਆ ਸੀ, ਉਹਦੀ ਇੱਕ ਪ੍ਰੈਸ ਕਾਨਫਰੰਸ ਹੋਈ ਸੀ। ਉਹ ਪ੍ਰੈਸ ਕਾਨਫਰੰਸ ਉਸ ਵਕਤ 13 ਦਿਨਾਂ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਪੰਜਾਬ ਦੇ 2 ਵਾਰੀਆਂ ਦੇ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਨੇ ਲੁਧਿਆਣੇ 'ਚ ਕੀਤੀ ਸੀ, ਸਰਕਟ ਹਾਊਸ। ਉੱਥੇ ਜਿਹੜੇ ਲੋਕ ਹਾਜ਼ਰ ਸਨ ਉਹਨਾਂ ਵਿੱਚੋਂ ਸ਼ਾਇਦ ਕਿਸੇ ਨੂੰ ਯਾਦ ਹੋਵੇ ਕਿ ਇਹ ਆਖਿਆ ਗਿਆ ਕਿ ਇਹ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹੈ, ਸਾਡਾ ਦੋਵਾਂ ਧਿਰਾਂ ਦਾ ਗੱਠਜੋੜ। ਸਾਨੂੰ ਕਾਂਗਰਸ ਨੇ ਤੇ ਦੂਸਰੀਆਂ ਪਾਰਟੀਆਂ ਨੇ ਹੁਣ ਤੱਕ ਲੜਾ ਕੇ ਅੱਡ ਰੱਖਿਆ ਸੀ।
ਅਸੀਂ ਹੁਣ ਅੱਜ ਤੋਂ ਬਾਅਦ ਹਿੰਦੂ ਸਿੱਖ ਏਕਤਾ ਵਾਸਤੇ ਕੰਮ ਕਰਾਂਗੇ। ਕਰ ਲਓ। ਮੈਂ ਇੱਕ ਸਵਾਲ ਉਠਾਇਆ ਸੀ। ਮੈਂ ਕਿਹਾ ਭਾਈ ਵਾਜਪਾਈ ਜੀ, ਤੁਹਾਡੀ ਇਸ ਏਕਤਾ ਤੋਂ, ਤੁਹਾਡੇ ਇਸ ਗੱਠਜੋੜ ਤੋਂ ਸਿਰਫ 3 ਮਹੀਨੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੀਆਂ ਘਟਨਾਵਾਂ ਦੇ ਉੱਤੇ ਇੱਕ ਵਾਈਟ ਪੇਪਰ ਛਾਪਿਆ। ਉਸ ਵਾਈਟ ਪੇਪਰ ਵਿੱਚ ਲਿਖਿਆ ਗਿਆ ਕਿ ਆਪਰੇਸ਼ਨ ਬਲੂ ਸਟਾਰ ਤੋਂ 1 ਮਹੀਨਾ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਭਾਜਪਾ ਵਾਲਿਆਂ ਦਾ ਇੱਕ ਸਾਬਕਾ ਵਿਧਾਇਕ ਉੱਥੋਂ ਇੱਕ ਜਲੂਸ ਲੈ ਕੇ ਆਇਆ। ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਜਾ ਕੇ ਉਹ ਸ਼ਹਿਰ ਦੇ ਬਾਨੀ 'ਚ ਉੱਥੇ ਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਤਸਵੀਰ ਥੱਲੇ ਸੁੱਟ ਕੇ ਜੋ ਕੁਝ ਕੀਤਾ ਗਿਆ, ਮੈਂ ਉਹਦਾ ਜ਼ਿਕਰ ਨਹੀਂ ਕਰ ਸਕਦਾ। ਦਰਬਾਰ ਸਾਹਿਬ ਦਾ ਮਾਡਲ ਲੱਗਾ ਸੀ ਰੇਲਵੇ ਸਟੇਸ਼ਨ 'ਤੇ, ਉਹਨੂੰ ਤੋੜਿਆ ਗਿਆ। ਉਹਦੇ ਵਿੱਚ ਤੁਹਾਡੇ ਸਾਬਕਾ ਵਿਧਾਇਕ ਦਾ ਨਾਂ ਉਸ ਵਾਈਟ ਪੇਪਰ ਵਿੱਚ ਲਿਖਿਆ ਗਿਆ, ਜਿਹੜਾ ਵਾਈਟ ਪੇਪਰ ਤੁਹਾਡੇ ਨਾਲ ਬੈਠੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਵਾਲੀ ਸ਼੍ਰੋਮਣੀ ਕਮੇਟੀ ਨੇ ਛਾਪਿਆ। ਉਹਦੇ ਤੋਂ ਬਾਅਦ ਉਹ ਸਾਬਕਾ ਵਿਧਾਇਕ ਨਾਲ ਜੋ ਕੁਝ ਹੋਇਆ ਉਹ ਵੀ ਇਹਨਾਂ ਨੇ ਛਾਪਿਆ। ਕੀ ਤੁਸੀਂ ਉਹ ਪੜ੍ਹਿਆ? ਤੇ ਵਾਜਪਾਈ ਜੀ ਨੇ ਆਖਿਆ ਮੈਂ ਪੜ੍ਹਿਆ ਨਹੀਂ। ਹਾਲਾਂਕਿ ਮੇਰੀ ਜਾਣਕਾਰੀ ਹੈ ਕਿ ਉਹਨਾਂ ਨੇ ਪੜ੍ਹਿਆ ਸੀ। ਜਿਹੜੇ ਲੋਕ ਉਹਨਾਂ ਨੂੰ ਕਿਤਾਬ ਦੇ ਕੇ ਆਏ ਸਨ, ਪੜ੍ਹਾ ਕੇ ਆਏ ਸਨ, ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਅਸੀਂ ਆਪ ਪੜ੍ਹਾ ਕੇ ਆਏ ਹਾਂ। ਵਾਜਪਾਈ ਜੀ ਨੂੰ ਪਤਾ। ਉਹਦੇ ਤੋਂ ਬਾਅਦ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਬਣ ਗਈ। ਇਹ ਸਰਕਾਰ ਬਣਨ ਤੋਂ ਬਾਅਦ ਲੁਧਿਆਣੇ ਦੇ ਵਿੱਚ ਇੱਕ ਵਾਰੀ RSS ਦਾ ਬਹੁਤ ਵੱਡਾ ਇਕੱਠ ਹੋਇਆ। ਉਸ ਇਕੱਠ ਦੇ ਵਿੱਚ ਉਹਨਾਂ ਦੀ ਪਰੇਡ ਦੇ ਮੌਕੇ 'ਤੇ ਅਕਾਲੀ ਦਲ ਦੇ ਲੀਡਰ ਸੱਦੇ ਗਏ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਕਈ ਹੋਰ ਲੀਡਰ। ਮੈਂ ਹੁਣ ਨਾਂ ਨਹੀਂ ਲੈਣਾ, ਬਾਦਲ ਸਾਹਿਬ ਨੂੰ ਤਾਂ ਚੇਤਾ ਹੋਊ। ਉੱਥੇ ਇੱਕ ਲੀਡਰ ਨੇ ਆਖਿਆ ਸੀ, ਤੁਹਾਡਾ ਡਿਸਪਲਿਨ ਵੇਖ ਕੇ ਤਾਂ ਇਸ ਬੁੱਢੇ ਬਾਰੇ ਇਸ ਉਮਰ 'ਚ ਵੀ ਸਾਡਾ ਨਿਕਰਾਂ ਪਾਉਣ ਨੂੰ ਦਿਲ ਕਰਨ ਲੱਗ ਪਿਆ। ਉਹ ਜਿਹੜੀਆਂ ਸਾਂਝਾਂ ਉਸ ਵਕਤ ਦੀਆਂ ਪੈਂਦੀਆਂ ਜਾਂਦੀਆਂ ਸਨ। ਅਸੀਂ ਕਹਿੰਦੇ ਸਾਂ ਤੁਹਾਡਾ ਕਾਡਰ ਹੌਲੀ ਹੌਲੀ, ਤੁਹਾਡੇ ਲੀਡਰ ਹੌਲੀ ਹੌਲੀ, ਤੁਹਾਡੇ ਵਰਕਰ ਹੌਲੀ ਹੌਲੀ, ਜਿਨ੍ਹਾਂ ਨੂੰ ਸੱਤਾ ਦਾ ਲੋਭ ਹੈ ਉਹ ਉੱਧਰ ਨੂੰ ਖਿਸਕਣਗੇ, ਕਿਉਂਕਿ ਭਾਜਪਾ ਜਿੱਧਰ ਵੀ ਗਈ ਹੈ, ਜਿਹਦੇ ਨਾਲ ਵੀ ਸਾਂਝ ਪਾਈ ਹੈ, ਉਸ ਪਾਰਟੀ ਦੇ ਵਿੱਚੋਂ ਚੋਣਵੇਂ ਕਾਡਰ ਨੂੰ ਆਪਣੇ ਵੱਲ ਖਿੱਚਦੀ ਰਹੀ ਹੈ। ਪਰ ਇਹਨੇ ਇਹ ਗੱਲ ਮੰਨੀ ਨਹੀਂ ਸੀ। ਵਾਜਪਾਈ ਸਾਹਿਬ ਦੀ ਅਗਵਾਈ ਹੇਠ, ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ਹੇਠ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਅਕਾਲੀ ਦਲ ਨੇ ਦਿੱਲੀ ਵਿੱਚ ਸਮਝੌਤਾ ਕੀਤਾ। ਉਹਨਾਂ ਤੋਂ 4 ਸੀਟਾਂ ਛਡਾਈਆਂ। ਲੀਡਰ ਅਕਾਲੀ ਦਲ ਦੇ, ਅਹੁਦੇਦਾਰ ਅਕਾਲੀ ਦਲ ਦੇ, ਪ੍ਰਧਾਨ ਦਿੱਲੀ ਦੇ ਵਿੱਚ ਅਕਾਲੀ ਦਲ ਦੇ ਤੇ ਚੋਣ ਨਿਸ਼ਾਨ ਭਾਜਪਾ ਦਾ ਲੈ ਕੇ ਚੋਣ ਲੜੇ ਸਨ। ਅਸੀਂ ਹੈਰਾਨ ਸੀ ਕਿ ਉਹ ਬੰਦਾ ਅਕਾਲੀ ਦਲ ਦਾ ਪ੍ਰਧਾਨ, ਉਹ ਦਿੱਲੀ ਦੇ ਵਿੱਚ ਭਾਜਪਾ ਦਾ ਉਮੀਦਵਾਰ, ਇਹ 4 ਦੇ 4 ਹਾਰ ਗਏ। ਫਿਰ ਇੱਕ ਵਾਰੀ ਚੋਣਾਂ ਇਹੋ ਜਿਹੀਆਂ ਹੋਈਆਂ ਜਿੱਥੇ 4 ਸੀਟਾਂ ਇਹਨਾਂ ਨੂੰ ਮਿਲੀਆਂ, 2 ਸੀਟਾਂ 'ਤੇ ਇਹਨਾਂ ਨੇ ਅਕਾਲੀ ਦਲ ਦਾ ਚੋਣ ਨਿਸ਼ਾਨ ਵੀ ਰੱਖਿਆ। ਗੱਲ ਨਹੀਂ ਸੀ ਬਣੀ। ਇਹਨਾਂ ਹਾਲਾਤ ਦੇ ਵਿੱਚ ਤੁਰਦਿਆਂ ਤੁਰਦਿਆਂ ਉਹ ਦੌਰ ਵੀ ਆਇਆ ਜਦੋਂ 2017 ਦੀਆਂ ਚੋਣਾਂ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਆਮ ਆਦਮੀ ਪਾਰਟੀ ਨੇ ਦਿੱਲੀ ਵਾਲੇ ਜਰਨੈਲ ਸਿੰਘ ਨੂੰ ਇੱਥੇ ਖੜਾ ਕਰਤਾ। ਉਹ ਦਿੱਲੀ ਵਿੱਚ ਵਿਧਾਇਕ ਸੀ, ਉੱਥੋਂ ਅਸਤੀਫਾ ਦੇ ਕੇ ਆਇਆ, ਪੰਜਾਬ 'ਚ ਵੋਟ ਬਣਾਈ, ਇੱਥੇ ਹਾਰ ਗਿਆ। ਉਹਦੇ ਵਾਲੀ ਸੀਟ ਖਾਲੀ ਹੋ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਸ ਵਕਤ ਦਾ ਜਨਰਲ ਸੈਕਟਰੀ ਤੇ ਅੱਜ ਦਾ ਅਸਤੀਫਾ ਦੇਣ ਵਾਲਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਅਕਾਲੀ ਦਲ ਨੇ ਉਸ ਚੋਣ ਦੇ ਵਿੱਚ, ਉਪ ਚੋਣ ਦੇ ਵਿੱਚ ਉਮੀਦਵਾਰ ਬਣਾਇਆ। ਉਹ ਦਿੱਲੀ ਦੇ ਵਿੱਚ ਅਕਾਲੀ ਦਲ ਦਾ ਲੀਡਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸੈਕਟਰੀ, ਪਰ ਚੋਣ ਨਿਸ਼ਾਨ ਉਹਦੇ ਕੋਲ ਭਾਜਪਾ ਦਾ। ਉਹ ਚੁਣਿਆ ਗਿਆ, ਜਿੱਤ ਗਿਆ ਤੇ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਭਾਜਪਾ ਦਾ ਵਿਧਾਇਕ। ਇਹ ਕਿੱਦਾਂ ਦੀਆਂ ਹਾਲਤਾਂ ਸਨ ਕਿ ਇੱਕੋ ਵਕਤ ਉਹ ਅਕਾਲੀ ਦਲ ਦੇ ਵੀ ਲੀਡਰ, ਉਸੇ ਵਕਤ ਉਹ ਭਾਜਪਾ ਵੱਲੋਂ ਵੀ MLA ਤੇ ਚੋਣਾਂ ਲੜਦੇ ਪਏ ਉਹਨਾਂ ਦੇ ਚੋਣ ਨਿਸ਼ਾਨ ਦੇ ਉੱਤੇ। ਇਹ ਜੋ ਕੁਝ ਤੁਸੀਂ ਕਰਦੇ ਪਏ ਸੀ ਅਕਾਲੀ ਦਲ ਵਾਲੇ, ਉਦੋਂ ਨਹੀਂ ਸੀ, ਅੱਜ ਤੁਹਾਨੂੰ ਭੁਗਤਣਾ ਪੈ ਰਿਹਾ। ਇਹਦੇ ਵਿੱਚ ਮੈਂ ਇੱਕ ਗੱਲ ਹੋਰ ਚੇਤੇ ਕਰਾ ਦਿਆਂ। ਅਕਾਲੀ ਭਾਜਪਾ ਸਰਕਾਰ ਹੁੰਦਿਆਂ ਅੰਮ੍ਰਿਤਸਰ ਦੇ ਵਿੱਚ ਇੱਕ ਕੌਮੀ ਸੰਮੇਲਨ ਹੋਇਆ ਸੀ, RSS ਦੀ ਅਗਵਾਈ 'ਚ, ਭਾਜਪਾ ਦਾ ਸੰਮੇਲਨ ਸੀ। ਉਸ ਸੰਮੇਲਨ ਦੇ ਵਿੱਚ ਉੱਥੇ ਇਹ ਗੱਲ ਕਹੀ ਗਈ ਸੀ ਕਿ ਜਦੋਂ ਖੀਰ ਸਮੁੰਦਰ ਰਿੜਕਿਆ ਗਿਆ, ਉਹਦੇ ਵਿੱਚੋਂ 14 ਰਤਨ ਕੱਢੇ ਗਏ। ਉਹਨਾਂ 14 ਰਤਨਾਂ ਦੇ ਵਿੱਚ ਇੱਕ ਰਤਨ ਅੰਮ੍ਰਿਤ ਸੀ, ਜਿਹਨੂੰ ਵਿਸ਼ਨੂੰ ਭਗਵਾਨ ਲੈ ਕੇ ਜਾ ਰਹੇ ਸਨ। ਉਹਨਾਂ ਨੇ ਗਰੜ ਦੇ ਮੂੰਹ ਦੇ ਵਿੱਚੋਂ ਘੜਾ ਜਿਹੜਾ ਸੀ ਉਹ ਫੜਾਇਆ ਹੋਇਆ ਸੀ। ਉਹ ਜਾਂਦਿਆਂ ਜਾਂਦਿਆਂ ਘੜਾ ਇੱਥੇ ਡਿੱਗ ਪਿਆ ਸੀ। ਉਸ ਘੜੇ ਵਾਲੇ ਥਾਂ ਦੇ ਉੱਤੇ ਸਿੱਖਾਂ ਨੇ
ਸਰੋਵਰ ਬਣਾਇਆ ਹੋਇਆ ਹੈ, ਇਹ ਸ੍ਰੀ ਹਰਿਮੰਦਰ ਸਾਹਿਬ ਉਸ ਥਾਂ ਬਣਿਆ। ਇਹਦਾ ਰੌਲਾ ਪਿਆ ਸੀ, ਕੁਝ ਸਿੱਖ ਆਗੂਆਂ ਨੇ, ਕੁਝ ਸਿੱਖ ਵਿਚਾਰਵਾਨਾਂ ਨੇ ਇਹ ਰੌਲਾ ਪਾ ਕੇ ਆਖਿਆ ਸੀ, ਅਕਾਲੀਓ ਤੁਸੀਂ ਭਾਜਪਾ ਦੇ ਨਾਲ ਜੋੜ ਪਾ ਰਹੇ ਹੋ, ਆਹ ਭਾਜਪਾ ਦੀ ਥਿਊਰੀ ਤੁਹਾਨੂੰ ਕਿੱਥੇ ਪਹੁੰਚਾਵੇਗੀ। ਪਰ ਅਕਾਲੀ ਭਾਜਪਾ ਲੀਡਰਸ਼ਿਪ, ਸਾਂਝੀ ਲੀਡਰਸ਼ਿਪ ਜਿਹੜੀ ਸੀ, ਉਹ ਸਾਂਝੀ ਸਰਕਾਰ ਚਲਾਉਣ ਵਾਸਤੇ ਇਸ ਗੱਲ 'ਤੇ ਸਹਿਮਤ ਸੀ ਕਿ ਇਹੋ ਜਿਹੀਆਂ ਗੱਲਾਂ ਨੂੰ ਅੱਖੋਂ ਪਰੋਖਾ ਕਰ ਦਿੱਤਾ ਜਾਵੇ। ਅਤੇ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਸੀ, ਇਹੋ ਜਿਹੀਆਂ ਗੱਲਾਂ ਤਾਂ ਬਹੁਤ ਚੱਲਦੀਆਂ ਹੁੰਦੀਆਂ, ਇਹਨਾਂ ਨੂੰ ਛੱਡ ਦੇਣਾ ਚਾਹੀਦਾ। ਆਪਾਂ ਇਹ ਤੋਂ ਥੋੜ੍ਹਾ ਜਿਹਾ ਪਿਛਾਂਹ ਜਾਈਏ। ਬਹੁਤ ਦੇਰ ਪਹਿਲਾਂ ਦੀਆਂ ਗੱਲਾਂ, ਸਿੱਖ ਧਰਮ ਦਾ ਸਵਾਲ ਵੱਖਰਾ ਆਇਆ ਸੀ। ਤੁਸੀਂ ਕਹਿੰਦੇ ਸੀ ਸਿੱਖ ਇੱਕ ਵੱਖਰੀ ਕੌਮ ਹੈ, ਉਹ ਕਹਿੰਦੇ ਸੀ ਸਿੱਖ ਵੱਖਰਾ ਧਰਮ ਵੀ ਹੈ ਨਹੀਂ, ਕੌਮ ਤਾਂ ਦੂਰ ਦੀ ਗੱਲ ਹੈ। ਉਹ ਕਹਿੰਦੇ ਸੀ ਸਿੱਖ ਧਰਮ ਜਿਹੜਾ ਉਹ ਅਸਲ ਵਿੱਚ ਵੱਖਰਾ ਧਰਮ ਵੀ ਹੈ ਨਹੀਂ। ਜਿਸ ਤਰ੍ਹਾਂ ਕਿੰਨੀਆਂ ਸਾਰੀਆਂ ਨਦੀਆਂ ਨੇ, ਵੱਖ-ਵੱਖ ਨਦੀਆਂ, ਇਹ ਅਲਕਨੰਦਾ ਹੈ, ਇਹ ਫਲਾਨੀ ਹੈ, ਇਹ ਸਾਰੀਆਂ ਦੀਆਂ ਸਾਰੀਆਂ ਆ ਕੇ ਗੰਗਾ ਵਿੱਚ ਡਿੱਗ ਪੈਂਦੀਆਂ। ਇਸੇ ਤਰ੍ਹਾਂ ਹੀ ਸਿੱਖ ਧਰਮ, ਜੈਨ ਧਰਮ, ਇਹ ਜਿੰਨੇ ਵੀ ਨੇ ਅਸਲ 'ਚ ਹਿੰਦੂ ਧਰਮ ਦੀਆਂ ਸ਼ਾਖਾਵਾਂ ਨੇ। ਇਹਦੇ ਤੋਂ ਫਿਰ ਇੱਕ ਵਿਚਾਰ ਇਹ ਉਪਜਦਾ ਸੀ ਕਿ ਜਿਸ ਤਰ੍ਹਾਂ ਉਹ ਨਦੀਆਂ ਆ ਕੇ ਅਤੇ ਅਖੀਰ ਨੂੰ ਗੰਗਾ ਦੇ ਵਿੱਚ ਡਿੱਗ ਪੈਂਦੀਆਂ, ਉੱਥੇ ਆ ਕੇ ਫਿਰ ਗਰਕ ਹੋ ਜਾਂਦੀਆਂ ਨੇ। ਕੀ ਤੁਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿੰਨੀਆਂ ਧਾਰਮਿਕ ਸ਼ਾਖਾਵਾਂ ਨੇ ਹੌਲੀ ਹੌਲੀ ਆਣ ਕੇ ਅਤੇ ਫਿਰ ਹਿੰਦੂ ਧਰਮ ਦੇ ਵਿੱਚ ਸ਼ਾਮਲ ਹੋ ਜਾਣਗੀਆਂ, ਆਪਣੀ ਹੋਂਦ ਗਵਾ ਲੈਣਗੀਆਂ। ਇਹਦੇ ਉੱਤੇ ਵੀ ਅਕਾਲੀ ਦਲ ਦੀ ਲੀਡਰਸ਼ਿਪ ਕਹਿੰਦੀ ਸੀ ਬਿਲਕੁਲ ਇਹੋ ਜਿਹੇ ਵਿਚਾਰ ਜਿਹੜੇ ਆ ਉਹ ਸੋਚ ਵਿੱਚ ਕਿਸੇ ਥਾਂ 'ਤੇ ਏਜੰਡੇ ਉੱਤੇ ਨਹੀਂ ਲਿਆਂਦੇ ਜਾਣੇ ਚਾਹੀਦੇ। ਫਿਰ ਇੱਕ ਮੌਕਾ ਇਹੋ ਜਿਹਾ ਵੀ ਆਇਆ ਸੀ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਹੁਕਮਨਾਮਾ ਪੰਜ ਸਿੰਘ ਸਾਹਿਬਾਨ ਨੇ ਕੀਤਾ ਕਿ RSS ਦੇ ਨਾਲ ਕੋਈ ਸੰਬੰਧ ਨਾ ਰੱਖਿਆ ਜਾਵੇ। ਅਕਾਲੀ ਦਲ ਦੀ ਲੀਡਰਸ਼ਿਪ ਉਦੋਂ ਵੀ ਰੱਖਦੀ ਰਹੀ ਸੀ, ਜੋ ਕੁਝ ਰੱਖਦੀ ਰਹੀ ਸੀ ਉਹ ਸਾਰਾ ਕੁਝ ਉਹਦੀਆਂ ਜੜ੍ਹਾਂ ਦੇ ਵਿੱਚ ਸਮਾਉਂਦਾ ਰਿਹਾ, ਅਤੇ ਨਤੀਜਾ ਉਹਦਾ ਇਹ ਨਿਕਲਿਆ ਕਿ ਉਹਦੀ ਲੀਡਰਸ਼ਿਪ ਦਾ ਇੱਕ ਹਿੱਸਾ ਹੌਲੀ ਹੌਲੀ ਭਾਜਪਾ ਲੀਡਰਸ਼ਿਪ ਦੀ ਜਕੜ ਵਿੱਚ ਤੁਰਦਾ ਗਿਆ, ਉੱਧਰ ਖਿਸਕਦਾ ਗਿਆ, ਅਤੇ ਤੁਸੀਂ ਉਹਨੂੰ ਰੋਕ ਨਹੀਂ ਸਕੇ। ਹੁਣ ਮਨਜਿੰਦਰ ਸਿੰਘ ਸਿਰਸਾ ਅੱਜ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਨੇ। ਮੈਂ ਇੱਕ ਵਾਰੀ ਫਿਰ ਕਹਿਣਾ, ਤੁਹਾਨੂੰ ਸ਼ੁਭ ਕਾਮਨਾਵਾਂ ਜੀ, ਜਿੱਥੇ ਵੀ ਹੋ ਸੁਖੀ ਵਸੋ। ਰਾਜਨੀਤੀ ਵਿੱਚ ਕੁਝ ਭਟਕਦੀਆਂ ਰੂਹਾਂ ਹੁੰਦੀਆਂ, ਉਹ ਜਿੱਥੇ ਵੀ ਚੱਲ ਜਾਣ ਉਹਨਾਂ ਨੂੰ ਆਖਣਾ ਚਾਹੀਦਾ ਚਲੋ ਇੱਥੇ ਤੁਹਾਨੂੰ ਚੈਨ ਨਸੀਬ ਹੋਵੇ। ਪਰ ਉਹਦੇ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਕਿ ਹਾਲੇ ਥੋੜ੍ਹਾ ਚਿਰ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਸਨ। ਉਹਨਾਂ ਚੋਣਾਂ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਆਪਣੀ ਸੀਟ ਹਾਰ ਗਏ ਸਨ। ਸੀਟ ਹਾਰ ਜਾਣ ਤੋਂ ਬਾਅਦ ਤੁਸੀਂ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਟੇ ਦੀ ਇੱਕ ਸੀਟ 'ਚੋਂ ਚੋਰ ਦਰਵਾਜ਼ਿਓਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਾਉਣ ਅਤੇ ਉਸ ਮੈਂਬਰੀ ਦੇ ਬਹਾਨੇ ਪ੍ਰਧਾਨ ਬਣਾਉਣ ਦਾ ਯਤਨ ਨਹੀਂ ਕੀਤਾ। ਤੁਹਾਡਾ ਸੀ ਕਿ ਉਹ ਬੰਦਾ ਚੋਣ ਹਾਰ ਗਿਆ ਅਤੇ ਉਹਨੂੰ ਹੁਣ ਜੇ ਕਿਸੇ ਤਰੀਕੇ ਲਿਆਉਣਾ ਹੋਵੇ ਤਾਂ ਇੱਕੋ ਤਰੀਕਾ ਸ਼੍ਰੋਮਣੀ ਕਮੇਟੀ ਦਾ ਕੋਟਾ, ਉਹ ਸ਼੍ਰੋਮਣੀ ਕਮੇਟੀ ਦੇ ਕੋਟੇ ਵਾਸਤੇ ਤੁਸੀਂ ਮਤਾ ਬੈਕ ਡੇਟ ਵਿੱਚ ਪਾਇਆ ਸੀ। ਉਹ ਬੈਕ ਡੇਟ ਵਿੱਚ ਮਤਾ ਪਾ ਕੇ ਉਹਨੂੰ ਉੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਾਉਣਾ ਚਾਹਿਆ, ਅਤੇ ਮੈਂਬਰੀ ਦਾ ਕੇਸ ਅਦਾਲਤ ਵਿੱਚ ਚਲਾ ਗਿਆ। ਅਦਾਲਤ ਵਿੱਚ ਕੇਸ ਲੜਨ ਵਾਸਤੇ ਹਿੰਦੁਸਤਾਨ ਦੇ ਸਿਖਰਲੇ ਮਹਿੰਗੇ ਵਕੀਲਾਂ 'ਚੋਂ ਜਿਹੜੇ ਇੱਕ ਦਿਨ ਦੀ ਪੇਸ਼ੀ ਦਾ ਅੱਧਾ ਕਰੋੜ ਲੈ ਲੈਂਦੇ ਆ, ਉਹਨਾਂ ਵਿੱਚੋਂ ਇੱਕ ਨੂੰ ਤੁਸੀਂ ਪੇਸ਼ ਕੀਤਾ ਇਸ ਕਰਕੇ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਪ੍ਰਧਾਨ ਬਣਾ ਸਕੋ। ਇੰਨਾ ਕੁਝ ਕਰਨ ਤੋਂ ਬਾਅਦ ਵੀ ਮਨਜਿੰਦਰ ਸਿੰਘ ਸਿਰਸਾ ਤੁਹਾਡਾ ਰਿਹਾ ਨਹੀਂ, ਉਹ ਇਸ ਵੇਲੇ ਤੁਹਾਨੂੰ ਛੱਡ ਕੇ ਜਾ ਚੁੱਕਾ। ਹੁਣ ਇੱਕ ਸਵਾਲ ਮੈਂ ਮਨਜਿੰਦਰ ਸਿੰਘ ਸਿਰਸਾ ਨੂੰ ਪੁੱਛਣਾ ਚਾਹੁੰਦਾ ਅਤੇ ਉਹਦੇ ਨਾਲ ਭਾਜਪਾ ਨੂੰ ਵੀ ਪੁੱਛਣਾ ਚਾਹੁੰਦਾ। 26 ਜਨਵਰੀ ਨੂੰ ਦਿੱਲੀ ਵਿੱਚ ਕੁਝ ਘਟਨਾਵਾਂ ਵਾਪਰੀਆਂ ਸਨ। ਉਹਨਾਂ ਘਟਨਾਵਾਂ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਦਾ ਸਟੈਂਡ ਕੀ ਸੀ ਅਤੇ ਭਾਜਪਾ ਦਾ ਕੀ ਸੀ? ਕੀ ਅੱਜ ਮਨਜਿੰਦਰ ਸਿੰਘ ਸਿਰਸਾ ਨੇ 26 ਜਨਵਰੀ ਦੇ ਦਿਨ ਜੋ ਭਾਜਪਾ ਕਹਿੰਦੀ ਸੀ ਉਹਨੂੰ ਸੱਚ ਮੰਨ ਲਿਆ, ਉਹਨੂੰ ਆਪਣਾ ਸਟੈਂਡ ਮੰਨ ਲਿਆ, ਜਾਂ ਭਾਰਤੀ ਜਨਤਾ ਪਾਰਟੀ ਨੇ 26 ਜਨਵਰੀ ਨੂੰ ਜੋ ਮਨਜਿੰਦਰ ਸਿੰਘ ਸਿਰਸਾ ਕਹਿੰਦਾ ਸੀ ਉਹਨੂੰ ਆਪਣਾ ਸਟੈਂਡ ਮੰਨ ਲਿਆ? ਦੋਵਾਂ ਦਾ ਸਟੈਂਡ ਟਕਰਾਉਂਦਾ ਸੀ। ਉੱਥੇ ਦਿਆਲ ਸਿੰਘ ਕਾਲਜ, ਕੁਛ ਹੋਰ ਮਸਲੇ ਇਹੋ ਜਿਹੇ ਸਨ ਜਿਨ੍ਹਾਂ ਦੇ ਉੱਤੇ ਮਨਜਿੰਦਰ ਸਿੰਘ ਸਿਰਸਾ ਦਾ ਸਟੈਂਡ ਹੋਰ ਸੀ, ਭਾਜਪਾ ਦਾ ਹੋਰ ਸੀ। ਕੀ ਅੱਜ ਉਹ ਸਟੈਂਡ ਸਾਰਾ ਬਦਲ ਗਿਆ? ਕੀ ਮਨਜਿੰਦਰ ਸਿੰਘ ਸਿਰਸਾ ਪੂਰੀ ਤਰ੍ਹਾਂ ਭਾਜਪਾ ਦੇ ਸਟੈਂਡ ਨਾਲ ਸਹਿਮਤ ਹੋ ਗਿਆ, ਜਾਂ ਭਾਜਪਾ ਨੇ ਉਹਨੂੰ ਖੁੱਲ੍ਹ ਦੇ ਦਿੱਤੀ ਹੈ ਕਿ ਸਾਡੇ ਵਿੱਚ ਸ਼ਾਮਲ ਹੋ ਕੇ ਵੀ ਤੂੰ ਪੁਰਾਣੇ ਸਟੈਂਡ 'ਤੇ ਰਹਿ ਲਵੀਂ? ਇਹ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਇਹਦੇ ਤੋਂ ਪਹਿਲਾਂ ਵੀ ਸਾਡੇ ਕੋਲ ਬਹੁਤ ਸਾਰੇ ਲੋਕ ਸਨ ਇਸ ਤਰ੍ਹਾਂ ਦੇ ਜਿਹੜੇ ਅਕਾਲੀ ਦਲ ਵਿੱਚ ਰਹਿੰਦੇ ਸਨ, ਆਪਣੇ ਆਪ ਨੂੰ ਸਿੱਖ ਆਗੂ ਕਹਾਉਂਦੇ ਸਨ, ਪਰ ਸਿੱਖੀ ਦੇ ਇੰਨੇ ਪੱਕੇ ਸਨ ਕਿ ਉਹਨਾਂ 'ਚੋਂ ਦਿੱਲੀ ਦੇ 3 ਅਕਾਲੀ ਆਗੂ 1992 ਵਿੱਚ ਜਦੋਂ ਬਾਬਰੀ ਮਸਜਿਦ ਢਾਈ ਗਈ
ਉਸ ਬਾਬਰੀ ਮਸਜਿਦ ਨੂੰ ਢਾਉਣ ਵਾਸਤੇ ਉਹਨਾਂ ਕਾਰ ਸੇਵਕਾਂ ਦੇ ਨਾਲ ਸ਼ਾਮਲ ਹੋ ਕੇ ਉੱਥੇ ਗਏ ਸਨ ਅਯੁੱਧਿਆ ਵਿੱਚ। ਕੀ ਇਹ ਸੱਚੀ ਗੱਲ ਨਹੀਂ? ਇਹ ਗੱਲਾਂ ਜਿਹੜੀਆਂ ਨੇ ਇਹ ਸਾਰੀਆਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪਤਾ। ਅਕਾਲੀ ਦਲ ਦੀ ਲੀਡਰਸ਼ਿਪ ਉਸ ਵਕਤ ਇਹਨਾਂ ਨੂੰ ਅੱਖੋਂ ਪਰੋਖਾ ਕਰਦੀ ਰਹੀ। ਅੰਦਰੇ ਅੰਦਰ ਜੋ ਕੁਝ ਹੁੰਦਾ ਰਿਹਾ, ਜੋ ਕੁਝ ਪਲਦਾ ਰਿਹਾ, ਜੋ ਕੁਝ ਉੱਥੋਂ ਨਿਕਸਦਾ ਰਿਹਾ, ਵਿਸਰਦਾ ਰਿਹਾ, ਨਿਸਰਦਾ ਰਿਹਾ, ਉਹ ਸਾਰੇ ਕੁਝ ਹੁਣ ਆ ਕੇ ਇੱਥੇ ਨਿਕਲਿਆ ਕਿ ਮਨਜਿੰਦਰ ਸਿੰਘ ਸਿਰਸਾ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਿਆ। ਮੈਂ ਹੁਣ ਦੂਸਰੇ ਪਾਸੇ ਆ ਜਾਵਾਂ। ਉਹ ਇਹ ਹੈ ਕਿ ਤੁਹਾਨੂੰ ਪਤਾ ਕੁਝ ਮਹੀਨੇ ਪਹਿਲਾਂ ਮੈਂ ਆਖਿਆ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ, ਵਿਧਾਨ ਸਭਾ ਚੋਣਾਂ ਛੱਡ ਕੇ ਇੱਥੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾ ਸਕਦਾ। ਇਹ ਗੱਲ ਮੈਂ 30 ਅਗਸਤ ਨੂੰ ਸ਼ਾਇਦ ਆਖੀ ਸੀ, ਜੇ ਮੈਂ ਭੁੱਲਦਾ ਨਹੀਂ ਤਾਂ। ਉਹ 30 ਅਗਸਤ ਵਾਲੀ ਗੱਲ ਤੋਂ ਬਾਅਦ ਹਾਲਾਤ ਬਦਲੇ, ਫਿਰ ਬੜੀ ਤੇਜ਼ੀ ਨਾਲ ਬਦਲੇ। ਉਦੋਂ ਮੈਂ ਕਿਹਾ ਸੀਗਾ ਕਿ ਇੱਥੇ ਇਸ ਕਰਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾ ਸਕਦਾ ਹੈ ਕਿ ਜਿਨ੍ਹਾਂ ਲਾਉਣ ਜਾਣਾ, ਜੇ ਕਿਸਾਨਾਂ ਨੇ ਅਗਰ ਕਰ ਲਿਆ, ਉਹਨਾਂ ਨੂੰ ਕਾਗਜ਼ ਦਾਖਲ ਨਾ ਕਰਾਉਣ ਦਿੱਤੇ, ਤੇ ਉਹਦਾ ਨਤੀਜਾ ਕੀ ਨਿਕਲੇਗਾ? ਰਿਟਰਨਿੰਗ ਅਫਸਰ ਰਿਪੋਰਟ ਭੇਜਣਗੇ ਕਿ ਇੱਥੇ ਚੋਣ ਨਹੀਂ ਹੋ ਸਕਦੀ। ਗਵਰਨਰ ਉਹਨਾਂ ਰਿਪੋਰਟਾਂ ਦੇ ਆਧਾਰ 'ਤੇ ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਿਫਾਰਿਸ਼ ਕਰੇਗਾ। ਪਰ ਉਹਦੇ ਤੋਂ ਬਾਅਦ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇ ਦਿੱਤਾ, ਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਹਿ ਦਿੱਤਾ ਕਿ ਹੁਣ ਕਾਨੂੰਨ ਵਾਪਸ ਹੋਣਗੇ, ਜੇ ਵਾਪਸ ਹੋ ਗਏ ਤਾਂ ਮੈਂ ਭਾਜਪਾ ਨਾਲ ਸਮਝੌਤਾ ਕਰਾਂਗਾ। ਮੈਂ ਉਦੋਂ ਕਿਹਾ ਸੀ ਹੁਣ ਭੰਨ ਤੋੜ ਦੀ ਰਾਜਨੀਤੀ ਚੱਲੇਗੀ। ਕੈਪਟਨ ਅਮਰਿੰਦਰ ਸਿੰਘ ਆਪਣੇ ਕਾਂਗਰਸ ਵਿਚਲੇ ਸਾਥੀਆਂ ਨੂੰ ਖੜੇ ਪੈਰ ਆਪਣੇ ਨਾਲ ਨਹੀਂ ਲਿਜਾਵੇਗਾ। ਉਹਨਾਂ ਨੂੰ ਇਹ ਕਹੇਗਾ ਜਿੱਥੇ ਟਿਕੇ ਆ ਤੁਸੀਂ ਟਿਕੇ ਰਹੋ, ਤਾਂ ਕਿ ਤੁਸੀਂ ਆਪੋ ਆਪਣੇ ਹਲਕਿਆਂ ਦੇ ਵਿੱਚ ਕੁਝ ਕੰਮ ਵਿਕਾਸ ਦੇ ਕਰਨ ਵਾਸਤੇ ਗ੍ਰਾਂਟਾਂ ਚਰਨਜੀਤ ਸਿੰਘ ਚੰਨੀ ਤੋਂ ਲੈ ਸਕੋ, ਅਤੇ ਜਿਸ ਦਿਨ ਚੋਣਾਂ ਦਾ ਐਲਾਨ ਹੋਵੇਗਾ ਉਸ ਦਿਨ ਸਾਰੇ ਜਣੇ ਛੱਡ ਕੇ ਮੇਰੇ ਨਾਲ ਆ ਜਾਓ। ਮੈਂ ਕਿਹਾ ਸੀ ਮੇਰੀ ਗਿਣਤੀ ਮੁਤਾਬਕ ਉਹਦੇ ਨਾਲ 15 ਬੰਦੇ ਹੈਗੇ ਨੇ। ਉਹ ਕਹਿੰਦੇ ਸੀ ਕਿ ਸਾਡੇ ਕੋਲ 25 ਵਿਧਾਇਕ ਨੇ। ਮੈਂ ਕਹਿੰਦਾ ਸਾਂ 10 ਤੋਂ 15 ਦੇ ਦਰਮਿਆਨ ਹੈ। ਹੁਣ ਹਾਲਾਤ ਉਸ ਪਾਸੇ ਨੂੰ ਤੁਰ ਗਏ ਆ ਕਿ ਅਮਰਿੰਦਰ ਸਿੰਘ ਨੇ ਵੀ ਭੰਨ ਤੋੜ ਕਰਨੀ ਸ਼ੁਰੂ ਕਰਤੀ ਹੈ। ਉਹ 5 ਲੈ ਜਾਂਦਾ, 15 ਲੈ ਜਾਂਦਾ, 25 ਲੈ ਜਾਂਦਾ, ਬਾਅਦ ਦੀਆਂ ਗੱਲਾਂ। ਆ ਜਿਹੜੇ ਬਾਕੀ ਰਹਿ ਗਏ ਨੇ ਪਿੱਛੇ, ਮੁੱਖ ਮੰਤਰੀ ਕਿਸੇ ਪਾਸੇ ਨੂੰ ਫਿਰਦਾ, ਪੰਜਾਬ ਦੀ ਕਾਂਗਰਸ ਦਾ ਪ੍ਰਧਾਨ ਕਿਸੇ ਪਾਸੇ ਨੂੰ ਫਿਰਦਾ। ਇਹਨਾਂ ਦੋਵਾਂ ਨੇ ਰਲ ਕੇ ਚੋਣ ਲੜਨੀ ਹੋਵੇ ਤੇ ਇਕੱਠੇ ਤੁਰਨਾ ਜ਼ਰੂਰੀ ਹੈ। ਪਰ ਹੁੰਦਾ ਇਹ ਹੈ, ਇੱਕ ਜਣਾ ਚੜ੍ਹਦੇ ਨੂੰ ਜਾਂਦਾ, ਦੂਸਰਾ ਲਹਿੰਦੇ ਨੂੰ ਜਾਂਦਾ। ਇੱਕ ਪਹਾੜਾਂ ਨੂੰ ਜਾਂਦਾ, ਦੂਸਰਾ ਕੇਰਲਾ ਵਾਲੇ ਪਾਸੇ ਨੂੰ ਤੁਰਿਆ ਫਿਰਦਾ। ਆਪਸ ਵਿੱਚ ਬਣਦੀ ਕੋਈ ਨਹੀਂ, ਗੱਲਾਂ ਕਰਦਿਆਂ ਵੀ ਇੱਕ ਦੂਜੇ ਨੂੰ ਮਿਹਣੇ ਦਿੰਦੇ ਆ। ਕਾਂਗਰਸ ਪਾਰਟੀ ਵਿੱਚ ਆਵਾਜ਼ਾਰੀ ਦਾ ਮਾਹੌਲ ਹੈ। ਇਸ ਮਾਹੌਲ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਕੁੰਡੀ ਪਾ ਕੇ ਕਿੰਨੇ ਬੰਦੇ ਖਿੱਚ ਲੈਂਦਾ ਇਹ ਪਤਾ ਨਹੀਂ, ਪਰ ਜਿੰਨੇ ਖਿੱਚੇਗਾ ਉਹਦੇ ਨਾਲ ਭਾਜਪਾ ਦਾ ਪੱਖ ਮਜ਼ਬੂਤ ਕਰੇਗਾ। ਭਾਜਪਾ ਦੇ ਲੀਡਰ ਇਸ ਵੇਲੇ ਪੰਜਾਬ ਦੇ ਹਰ ਲੀਡਰ ਤੱਕ ਪਹੁੰਚ ਕਰਦੇ ਪਏ। ਲੀਡਰਾਂ ਤੋਂ ਇਲਾਵਾ ਵੀ ਸਮਾਜ ਦੇ ਵਿੱਚ ਚਿੰਤਕਾਂ ਤੱਕ ਪਹੁੰਚ ਕਰਦੇ ਪਏ। ਅਗਲਿਆਂ ਦਿਨਾਂ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਆਪਣੀ ਟੋਕਰੀ ਵਿਚਲੇ ਚੂਚੇ ਬਚਾ ਸਕਦੀ ਹੈ ਅਤੇ ਬਚਾ ਲਵੇ। ਅਗਲਿਆਂ ਦਿਨਾਂ 'ਚ ਉਹਦੇ ਬਹੁਤ ਸਾਰੇ ਹੋਰ ਲੋਕਾਂ ਤੱਕ ਪਹੁੰਚ ਕੀਤੀ ਜਾਣ ਵਾਲੀ ਹੈ। ਇਹ ਗੱਲਾਂ ਸਾਡੇ ਕੋਲ ਪਹਿਲਾਂ ਵੀ ਪਹੁੰਚਦੀਆਂ ਰਹੀਆਂ। ਮੈਂ ਹੁਣ ਫਿਰ ਖੁੱਲ੍ਹ ਕੇ ਕਹਿਣਾ ਕਿ ਪਿਛਲੇ 2 ਮਹੀਨਿਆਂ ਤੋਂ ਜਿਸ ਤਰ੍ਹਾਂ ਭਾਜਪਾ ਨੇ ਸਿੱਖ ਲੀਡਰਾਂ ਨੂੰ ਦਿੱਲੀ ਲਿਜਾ ਕੇ ਮੁੜ ਕੇ ਉਹਨਾਂ ਦੀਆਂ ਆਪਣੇ ਲੀਡਰਾਂ ਨਾਲ ਫੋਟੋ ਖਿਚਾ ਕੇ ਇਹ ਦੱਸਣ ਦਾ ਯਤਨ ਕੀਤਾ ਕਿ ਭਾਰਤ ਦੇ ਵਿੱਚ ਸਿੱਖਾਂ ਦੇ ਵੀ ਇੱਕ ਵੱਡੇ ਹਿੱਸੇ ਨੇ ਭਾਜਪਾ ਨੂੰ ਆਪਣੀ ਪਾਰਟੀ ਮੰਨਣਾ ਸ਼ੁਰੂ ਕਰ ਦਿੱਤਾ। ਉਸ ਚੱਕਰ ਦੇ ਵਿੱਚ ਹੁਣ ਅਗਲਿਆਂ ਦਿਨਾਂ 'ਚ ਉਹਨਾਂ ਨੇ ਅਕਾਲੀ ਦਲ ਦੇ ਵਿੱਚੋਂ, ਦੂਸਰੀਆਂ ਪਾਰਟੀਆਂ ਦੇ ਵਿੱਚੋਂ ਕਈ ਹੋਰ ਸਿੱਖ ਲੀਡਰਾਂ ਨੂੰ ਆਪਣੇ ਵੱਲ ਖਿੱਚਣਾ। ਉਹ ਜਿੰਨੇ ਖਿੱਚੇ ਜਾਣਗੇ ਉਹ ਸਾਰੇ ਦੇ ਸਾਰੇ ਇਸ ਚੋਣ ਦੇ ਵਿੱਚ ਉਹਨਾਂ ਦੇ ਕੰਮ ਆਉਣਗੇ। ਹੁਣ ਕੱਲ੍ਹ ਨਾਲੋਂ ਅੱਜ ਸਥਿਤੀਆਂ ਬਦਲ ਚੁੱਕੀਆਂ ਨੇ। ਮਨਜਿੰਦਰ ਸਿੰਘ ਸਿਰਸਾ ਦਾ ਉੱਧਰ ਜਾਣਾ ਔਰ ਸਿਰਸੇ ਦਾ ਆਪਣਾ ਪੰਜਾਬ ਦੇ ਅਕਾਲੀਆਂ ਦੇ ਵਿੱਚ, ਇਕੱਲੇ ਅਕਾਲੀਆਂ 'ਚ ਨਹੀਂ, ਬਾਹਰਲੇ ਲੋਕਾਂ ਦੇ ਵਿੱਚ ਵੀ ਇੱਕ ਖਾਸ ਧਿਰ ਦੇ ਵਿੱਚ ਕਾਫੀ ਵੱਡਾ ਅਸਰ ਹੈ। ਉਹਨਾਂ ਸਾਰਿਆਂ ਨੂੰ ਆਪਣੇ ਵੱਲ ਖਿੱਚਣਾ। ਉਹਨਾਂ ਦਾ ਜਨਤਕ ਅਸਰ ਕਿੰਨਾ ਸਾਨੂੰ ਪਤਾ ਨਹੀਂ, ਪਰ ਜਨਤਕ ਅਸਰ ਨੂੰ ਛੱਡ ਕੇ ਲੀਡਰਾਂ ਦੇ ਵਿੱਚੋਂ ਚੁਣ ਕੇ ਬੰਦੇ ਖਿੱਚਣ ਵਿੱਚ ਉਹਦੀ ਇੱਕ ਖਾਸ ਸਮਰੱਥਾ ਹੈਗੀ ਆ। ਉਹਨਾਂ ਸਾਰਿਆਂ ਨੂੰ ਲੈ ਕੇ ਅਗਲੇ ਸਾਲ ਜਿਹੜੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ, ਉਹਨਾਂ ਦੇ ਵਿੱਚ ਵੱਖਰੀ ਕਿਸਮ ਦਾ ਨਕਸ਼ਾ ਪੇਸ਼ ਹੋਵੇਗਾ। ਮੈਨੂੰ ਇਸ ਗੱਲ 'ਤੇ ਕੋਈ ਹੈਰਾਨੀ ਨਹੀਂ ਹੋਵੇਗੀ ਜੇ ਇਹਦੇ ਵਿੱਚ ਅਕਾਲੀ ਦਲ ਨੂੰ ਬਾਕੀਆਂ ਤੋਂ ਵੱਧ ਢਾਲ ਲਾਈ ਜਾਵੇਗੀ ਔਰ ਅਕਾਲੀ ਦਲ ਦੀ ਲੀਡਰਸ਼ਿਪ ਦਾ ਇੱਕ ਹਿੱਸਾ ਤੋੜ ਕੇ ਭਾਜਪਾ ਆਪਣੇ ਨਾਲ ਜੋੜ ਲੇਗਾ। ਤੁਹਾਨੂੰ ਇਹ ਚੇਤਾ ਨਹੀਂ ਹੁੰਦਾ ਕਿ ਪੱਛਮੀ ਬੰਗਾਲ ਦੀਆਂ ਚੋਣਾਂ 'ਚ ਕੀ ਹੋਇਆ ਸੀ? ਉਹਨਾਂ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਚੁਣ ਕੇ ਬੰਗਾਲ ਦੇ ਵਿੱਚੋਂ ਇੱਕ ਉੱਥੋਂ ਜਿਹੜੇ 3 MLA ਹੁੰਦੇ ਸਨ, ਜਿਨ੍ਹਾਂ ਦੇ ਕੋਲ 2016 'ਚ ਉਹ ਉਦੋਂ ਤੱਕ ਚਲਦਿਆਂ 36 ਵਿਧਾਇਕਾਂ ਤੱਕ ਚਲੀ ਗਈ ਸੀ। ਉਹ ਬਾਕੀ ਕਿਹਦੇ ਤੋੜੇ ਸਨ? 33 ਉਹਨਾਂ ਨੇ ਬਾਕੀ ਪਾਰਟੀਆਂ ਦੇ ਤੋੜੇ ਸਨ, ਦੂਸਰੀਆਂ ਪਾਰਟੀਆਂ ਦੇ, ਕਾਂਗਰਸ ਦੇ ਵੀ, ਖੱਬੇ ਪੱਖੀਆਂ ਦੇ ਵੀ ਤੋੜੇ ਸਨ, ਪਰ ਵੱਡਾ ਹਿੱਸਾ ਤ੍ਰਿਣਮੂਲ ਕਾਂਗਰਸ ਦਾ ਤੋੜਿਆ ਸੀ।
ਇਸ ਵੇਲੇ ਪੰਜਾਬ ਦੇ ਵਿੱਚ ਭਾਜਪਾ ਉਸੇ ਕਿਸਮ ਦੀ ਮੁਹਿੰਮ ਸ਼ੁਰੂ ਕਰਨ ਦੇ ਮੂਡ 'ਚ ਜਾਪਦੀ ਹੈ। ਇਹਦੀ ਮੁੱਢ ਵਜ੍ਹਾ ਅੱਜ ਜੋ ਕੁਝ ਹੋਇਆ ਮਨਜਿੰਦਰ ਸਿੰਘ ਸਿਰਸਾ ਦੀ ਇਸ ਦਲ ਬਦਲੀ ਦੇ ਨਾਲ, ਅਕਾਲੀ ਦਲ ਨੂੰ ਛੱਡ ਕੇ ਉਸ ਪਾਸੇ ਜਾਣ ਦੇ ਨਾਲ, ਇਹਨੂੰ ਤੁਸੀਂ ਆਗਾਜ਼ ਸਮਝੋ। ਅਗਲਿਆਂ ਦਿਨਾਂ ਦੇ ਵਿੱਚ ਇਸੇ ਕਿਸਮ ਦੇ ਕੁਝ ਹੋਰ ਬੰਦੇ, ਔਰ ਸਾਡੇ ਕੋਲ ਇਹ ਖਬਰਾਂ ਨੇ ਕਿ ਕਿਹੜੇ ਬੰਦੇ ਹੋ ਸਕਦੇ ਆ। ਉਹ ਤੁਹਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਵੀ ਕੁਝ ਬੰਦੇ ਹੋ ਸਕਦੇ ਨੇ, ਅਕਾਲੀ ਦਲ ਦੇ ਵਿਧਾਇਕਾਂ ਵਿੱਚੋਂ ਵੀ ਕੁਝ ਹੋ ਸਕਦੇ ਨੇ, ਲੀਡਰਸ਼ਿਪ ਵਿੱਚੋਂ ਵੀ ਕੁਝ ਹੋ ਸਕਦੇ ਨੇ। ਔਰ ਹੈਰਾਨ ਨਾ ਹੋਇਓ, ਕਾਂਗਰਸ ਪਾਰਟੀ ਦੇ ਵਿੱਚੋਂ ਵੀ ਇਹਨਾਂ ਦੇ ਵਿਧਾਇਕਾਂ ਵਿੱਚੋਂ ਕੁਛ ਇਹੋ ਜਿਹੇ ਹੈਗੇ ਨੇ ਜਿਹੜੇ ਸਮਝਦੇ ਆ ਕਿ ਜੇ ਜਾਣਾ ਹੀ ਆ ਤੇ ਫਿਰ ਵਿੱਚ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਵੱਲ ਜਾਣ ਦੀ ਕੀ ਲੋੜ ਆ, ਸਿੱਧਾ ਵੱਡੇ ਘਰ ਜਾ ਕੇ ਪਹੁੰਚੋ। ਕੱਲ੍ਹ ਨੂੰ ਕੋਈ ਸਾਡੇ ਨਾਲ ਇੱਕ ਧਿਰ ਤੇ ਹੋਵੇਗੀ, ਜੇ ਭਲਕੇ ਕੋਈ ਆ ਕੇ ਨਵੀਂ ਸਰਕਾਰ ਸਾਡੇ ਤੇ ਕੇਸ ਬਣਾਵੇ ਤੇ ਦਿੱਲੀ ਵਿੱਚ ਇਹੋ ਜਿਹੀ ਧਿਰ ਚਾਹੀਦੀ ਹੈ ਜਿਹੜੀ ਸਾਨੂੰ ਉੱਧਰੋਂ ਬਚਾ ਸਕੇ। ਇਹ ਜਿਹੜੀ ਭੰਨ ਤੋੜ ਦੀਆਂ ਕਨਸੂਆਂ ਸਾਨੂੰ ਪਿਛਲੇ ਕਈ ਦਿਨਾਂ ਤੋਂ ਮਿਲਦੀਆਂ ਸਨ, ਅੱਜ ਉਹਦਾ ਮੁੱਢ ਵੱਜ ਗਿਆ। ਤੁਸੀਂ ਅਗਲਿਆਂ ਦਿਨਾਂ 'ਚ ਇਹੋ ਜਿਹੀਆਂ ਕਈ ਹੋਰ ਘਟਨਾਵਾਂ ਵੇਖ ਸਕਦੇ ਹੋ। ਮੇਰੇ ਕੋਲ ਜੋ ਇਸ ਵੇਲੇ ਖੜੇ ਪੈਰ ਵਿਚਾਰ ਸਨ, ਜੋ ਪਿਛੋਕੜ ਸੀ, ਉਹ ਮੈਂ TV ਪ੍ਰਾਈਮ ਏਸ਼ੀਆ ਦੇ ਦਰਸ਼ਕਾਂ ਸਾਹਮਣੇ ਰੱਖਣ ਦਾ ਯਤਨ ਕੀਤਾ। ਜੇ ਕੋਈ ਨਵੀਂ ਘਟਨਾ ਵਾਪਰਦੀ ਹੈ, ਔਰ ਮੈਨੂੰ ਇਹ ਉਡੀਕ ਹੈ ਕਿ ਅੱਜ ਹੀ ਇੱਕ ਹੋਰ ਵੱਡੀ ਘਟਨਾ ਵਾਪਰ ਸਕਦੀ ਹੈ। ਇੱਕ ਆਦਮੀ ਜਿਹੜਾ ਪਿਛਲੇ ਦਿਨਾਂ 'ਚ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਆਇਆ ਸੀ, ਅੱਜ ਸ਼ਾਮ ਤੋਂ ਪਹਿਲਾਂ ਭਾਜਪਾ 'ਚ ਉਹ ਵੀ ਜਾ ਸਕਦਾ, ਔਰ ਉਹ ਆਪਣੇ ਆਪ ਨੂੰ ਬਹੁਤ ਵੱਡਾ ਨੀਤੀ ਘਾੜਾ ਸਮਝਦਾ। ਦੂਸਰੇ ਲੋਕ ਵੀ ਬਹੁਤ ਸਾਰੇ ਉਹਨੂੰ ਨੀਤੀ ਘਾੜਾ ਸਮਝਦੇ ਆ, ਉਹ ਵੀ ਜਾ ਸਕਦਾ। ਇਸ ਤਰ੍ਹਾਂ ਅਗਲਿਆਂ 1-2 ਦਿਨਾਂ 'ਚ ਕੁਝ ਹੋਰ ਲੋਕ ਛੜੱਪੇ ਮਾਰ ਸਕਦੇ ਆ। ਉਡੀਕ ਤੁਸੀਂ ਵੀ, ਉਡੀਕ ਸਾਨੂੰ ਵੀ ਰਹੇਗੀ। ਇਹਦੇ ਨਾਲ ਜੋ ਕੁਝ ਸਾਡੇ ਕੋਲ ਆਉਂਦਾ ਰਹੇਗਾ, TV ਪ੍ਰਾਈਮ ਏਸ਼ੀਆ ਤੁਹਾਡੀ ਸੇਵਾ ਵਿੱਚ ਪੇਸ਼ ਕਰਨ ਦਾ ਇਸੇ ਤਰ੍ਹਾਂ ਲਗਾਤਾਰ ਯਤਨ ਕਰਦਾ ਰਹੇਗਾ। ਤੁਸੀਂ ਸਾਰੇ ਵੇਖਦੇ ਰਹੋ TV ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।